ਵੈਲਕਮ ਟੂ ਮਾਈ YouTube ਚੈਨਲ ਆਰਕੇ ਸਟੱਡੀ ਪੁਆਇੰਟ। ਅੱਜ ਦੇ ਇਸ ਵੀਡੀਓ ਵਿੱਚ ਅਸੀਂ SST ਦੇ ਕੁਐਸਚਨ ਜੋ ਕਿ ਪੀਐਸਟੈਟ ਸੀਟੈਟ ਅਤੇ ਆਲ ਇੰਡੀਆ ਕੰਪੀਟੀਟਿਵ ਐਗਜ਼ਾਮ ਲਈ ਮੋਸਟ ਇੰਪੋਰਟੈਂਟ ਕੁਐਸਚਨ ਨੇ ਨੂੰ ਡਿਸਕਸ ਕਰਾਂਗੇ। ਤੇ ਚਲੋ ਸਟਾਰਟ ਕਰਦੇ ਹਾਂ ਅੱਜ ਦਾ ਸਾਡਾ ਵੀਡੀਓ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ। ਤਾਂ ਸਮੁੰਦਰੀ ਚਾਲਕ ਕਿਸ ਨੂੰ ਕਿਹਾ ਜਾਂਦਾ ਸੀ? ਤਾਂ ਪ੍ਰਿੰਸ ਹੈਨਰੀ ਨੂੰ ਕਿਹਾ ਜਾਂਦਾ ਸੀ। ਬਰਤਾਨਵੀ ਸੰਸਦ ਦੁਆਰਾ ਕਿਸ ਤੇ ਮਹਾਅਭਿਯੋਗ ਦਾ ਮੁਕੱਦਮਾ ਚਲਾਇਆ ਗਿਆ ਸੀ? ਤਾਂ ਵਾਰਨ ਹੇਸਟਿੰਗ ਤੇ ਮਹਾਅਭਿਯੋਗ ਦਾ ਮੁਕੱਦਮਾ ਚਲਾਇਆ ਗਿਆ ਸੀ। ਭਾਰਤ ਦਾ ਪਹਿਲਾ ਗਵਰਨਰ ਕੌਣ ਸੀ? ਤਾਂ ਲਾਰਡ ਵੌਨ ਹੇਸਟਿੰਗ ਭਾਰਤ ਦਾ ਪਹਿਲਾ ਗਵਰਨਰ ਸੀ। ਰਾਬਰਟ ਕਲਾਈਵ ਨੇ ਸਿਰਾਜੂਦੌਲਾ ਨੂੰ ਪਲਾਸੀ ਦੀ ਲੜਾਈ ਵਿੱਚ 1757 ਵਿੱਚ ਹਰਾਇਆ। ਬਕਸਰ ਦੀ ਲੜਾਈ ਕਦੋਂ ਹੋਈ ਸੀ? 22 ਅਕਤੂਬਰ 1764 ਵਿੱਚ ਹੋਈ ਸੀ। ਵਾਸਕੋ ਡੀ ਗਾਮਾ ਨੇ ਕਿਹੜੇ ਰਾਜਿਆਂ ਨਾਲ ਮਿੱਤਰਤਾ ਦੇ ਸੰਬੰਧ ਸਥਾਪਿਤ ਕੀਤੇ ਸਨ? ਤਾਂ ਉਹਨਾਂ ਨੇ ਕਾਲੀਕਟ ਦੇ ਰਾਜਿਆਂ ਨਾਲ ਮਿੱਤਰਤਾ ਦੇ ਸੰਬੰਧ ਸਥਾਪਿਤ ਕੀਤੇ ਸਨ। ਕੇਪ ਆਫ ਗੁੱਡ ਹੋਪ ਦੀ ਖੋਜ ਕੀਤੀ ਸੀ ਥਾਰਮੋਲੋਮਿਓ ਡਿਆਜ਼ ਨੇ। ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਕਿਹੜੀ ਵਸਤੂ ਦਾ ਵਪਾਰ ਸ਼ੁਰੂ ਕੀਤਾ ਸੀ? ਤਾਂ ਕਾਲੀ ਮਿਰਚ ਦਾ। ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ। ਕਿਸ ਮੁਗਲ ਬਾਦਸ਼ਾਹ ਨੇ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਬਿਨਾਂ ਚੁੰਗੀ ਕਰ ਦਿੱਤੇ ਅੰਗਰੇਜ਼ਾਂ ਨੂੰ ਵਪਾਰ ਕਰਨ ਦਿੱਤਾ? ਤਾਂ ਫਾਰੂਕ ਹਸੀਰ ਨੇ ਵਪਾਰ ਕਰਨ ਦਿੱਤਾ। ਬਲੂ ਵਾਟਰ ਪਾਲਿਸੀ ਨਾਲ ਕਿਸ ਦਾ ਸੰਬੰਧ ਹੈ? ਤਾਂ ਡੇ ਅਲਮੇਡਾ ਦਾ ਸੰਬੰਧ ਹੈ। ਲਾਰਡ ਕਲਾਈਵ ਨੂੰ ਪਲਾਸੀ ਦੀ ਲੜਾਈ ਵਿੱਚ ਕਿਸ ਦੀ ਗੱਦਾਰੀ ਕਰਕੇ ਸਫਲਤਾ ਮਿਲੀ ਸੀ? ਤਾਂ ਮੀਰ ਜਾਫਰ ਦੀ ਗੱਦਾਰੀ ਕਰਕੇ ਸਫਲਤਾ ਮਿਲੀ ਸੀ। ਪਲਾਸੀ ਦੀ ਲੜਾਈ ਵਿੱਚ ਲਾਰਡ ਕਲਾਈਵ ਦੀ ਸਫਲਤਾ ਦਾ ਮੁੱਖ ਕਾਰਨ ਅੰਗਰੇਜ਼ਾਂ ਦੇ ਚੰਗੇ ਸਾਧਨ ਸਨ। ਮਦਰਾਸ ਦੀ ਸਥਾਪਨਾ ਕੀਤੀ ਸੀ ਫਰਾਂਸਿਸ ਡੇ ਨੇ। ਸ਼ਾਹੀ ਹੁਕਮਾਂ ਵਾਸਤੇ ਕਿਹੜਾ ਸ਼ਬਦ ਵਰਤਿਆ ਜਾਂਦਾ ਸੀ? ਤਾਂ ਫੁਰਮਾਨ ਸ਼ਬਦ ਵਰਤਿਆ ਜਾਂਦਾ ਸੀ। ਸਿਰਾਜੂਦੌਲਾ ਨੇ ਵਿਲੀਅਮ ਫੋਰਟ ਤੇ ਕਦੋਂ ਕਬਜ਼ਾ ਕੀਤਾ ਸੀ? ਤਾਂ ਸਿਰਾਜੂਦੌਲਾ ਨੇ ਫੋਰਟ ਵਿਲੀਅਮ 1756 ਵਿੱਚ ਕਬਜ਼ਾ ਕੀਤਾ ਸੀ। ਬੰਗਾਲ ਦੀ ਦੋਹਰੀ ਸ਼ਾਸਨ ਪ੍ਰਣਾਲੀ ਲਾਗੂ ਕੀਤੀ ਸੀ ਲਾਰਡ ਕਲਾਈਵ ਨੇ। ਨਵਾਬ ਮੀਰ ਜਾਫਰ ਕਿਸ ਨੂੰ ਬਿਮਾਰੀ ਤੋਂ ਪੀੜਿਤ ਸੀ? ਤਾਂ ਉਹ ਕੋੜ ਤੋਂ ਪੀੜਿਤ ਸੀ। ਬਕਸਰ ਦੀ ਲੜਾਈ ਦੇ ਸਮੇਂ ਬੰਗਾਲ ਦਾ ਗਵਰਨਰ ਕੌਣ ਸੀ? ਤਾਂ ਵੰਸ ਸਟਾਰਟ ਬੰਗਾਲ ਦਾ ਗਵਰਨਰ ਸੀ। ਭਾਰਤ ਦਾ ਕਿਸ ਉਤਪਾਦ ਵਿੱਚ ਇੱਕ ਅਧਿਕਾਰ ਸੀ? ਤਾਂ ਪਟਸਨ ਉਤਪਾਦ ਵਿੱਚ ਭਾਰਤ ਦਾ ਇੱਕ ਅਧਿਕਾਰ ਸੀ। ਮਹਿਲਵਾੜੀ ਵਿਵਸਥਾ ਵਿੱਚ ਮਹਿਲ ਦਾ ਅਰਥ ਹੈ ਪਿੰਡ। ਵਾਰਨ ਹੇਸਟਿੰਗ ਕਿਹੜੇ ਸਾਲ ਭਾਰਤ ਆਇਆ ਸੀ? ਤਾਂ 1772 ਵਿੱਚ। ਕਿਹੜੇ ਕਾਨੂੰਨ ਨੇ ਸਥਾਈ ਬੰਦੋਬਸਤ ਅਧੀਨ ਜ਼ਿਮੀਂਦਾਰਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਸੀ? ਤਾਂ ਸਨਸੈਟ ਕਾਨੂੰਨ ਨੇ। ਰਾਇਤਵਾੜੀ ਵਿਵਸਥਾ ਕਿੱਥੇ ਲਾਗੂ ਹੋਈ ਸੀ? ਸਭ ਤੋਂ ਪਹਿਲਾਂ ਤਾਂ ਮਦਰਾਸ ਵਿੱਚ। ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਕਦੋਂ ਪ੍ਰਾਪਤ ਹੋਈ? ਤਾਂ 1765 ਵਿੱਚ। 5 ਸਾਲਾ ਠੇਕੇ ਤੇ ਜ਼ਮੀਨ ਦੀ ਥਾਂ 1 ਸਾਲ ਤੇ ਠੇਕੇ ਦੀ ਵਿਵਸਥਾ ਕਿਸ ਨੇ ਸ਼ੁਰੂ ਕੀਤੀ? ਤਾਂ ਲਾਰਡ ਹੇਸਟਿੰਗ ਨੇ। ਸਥਾਈ ਬੰਦੋਬਸਤ ਦਾ ਦੋਸ਼ ਕੀ ਸੀ? ਕਿ ਕਿਸਾਨਾਂ ਉੱਤੇ ਜ਼ੁਲਮ ਹੁੰਦੇ ਸੀ, ਟੈਕਸ ਦਾ ਬੋਝ ਪੈਂਦਾ ਸੀ ਤੇ ਸਰਕਾਰ ਤੇ ਕਿਸਾਨਾਂ ਵਿਚਾਲੇ ਖਿਲਾਫ ਪੈਦਾ ਹੁੰਦਾ ਸੀ। ਰਾਇਤਵਾੜੀ ਪ੍ਰਬੰਧ ਕੀ ਸੀ? ਕਿਸਾਨਾਂ ਦਾ ਸਿੱਧਾ ਟੈਕਸ ਵਸੂਲਣਾ। ਮਹਿਲਵਾੜੀ ਵਿਵਸਥਾ ਸੀ ਜ਼ਮੀਨ ਪ੍ਰਬੰਧ ਤੇ ਭਾਈਚਾਰੇ ਨੂੰ ਕਿਸਾਨ ਤੋਂ ਭੂਮੀ ਟੈਕਸ ਵਸੂਲਿਆ ਜਾਂਦਾ ਸੀ 1/3 ਅਤੇ 1/2 ਹਿੱਸਾ। ਅੰਗਰੇਜ਼ਾਂ ਦੇ ਆਉਣ ਨਾਲ ਖੇਤੀ ਦਾ ਕੀ ਹੋਇਆ? ਵਣਜੀਕਰਨ ਹੋਇਆ, ਭੂਮੀ ਟੈਕਸ ਨਿਰਧਾਰਿਤ ਹੋਇਆ, ਕਿਸਾਨਾਂ ਦਾ ਸ਼ੋਸ਼ਣ ਹੋਇਆ। ਅੰਗਰੇਜ਼ ਭਾਰਤ ਨੂੰ ਕੀ ਸਮਝਦੇ ਸਨ? ਉਹ ਕੱਚੇ ਮਾਲ ਦਾ ਉਤਪਾਦਨ ਸਮਝਦੇ ਸਨ, ਸ਼ੋਸ਼ਣ ਦਾ ਸਾਧਨ ਸਮਝਦੇ ਸਨ, ਮਾਲ ਵੇਚਣ ਦੀ ਮੰਡੀ, ਇਹ ਸਾਰੀਆਂ ਚੀਜ਼ਾਂ ਹੀ ਸਮਝਦੇ ਸਨ। ਖੇਤੀ ਤੇ ਵਪਾਰੀਕਰਨ ਨਾਲ ਲਾਭ ਹੋਇਆ, ਫਸਲਾਂ ਦੀ ਗਿਣਤੀ ਵਿੱਚ ਵਾਧਾ ਹੋਇਆ, ਸ਼ਹਿਰੀਕਰਨ ਦਾ ਵਿਕਾਸ ਹੋਇਆ ਤੇ ਰਾਸ਼ਟਰੀ ਜਾਗਰਤੀ। ਤੇ ਉਪਰੋਕਤ ਸਾਰੇ ਹੀ ਆਨਸਰ ਹੈ ਇਸ ਦਾ। ਕਿਸਾਨਾਂ ਦਾ ਪਹਿਲਾ ਵਿਦਰੋਹ ਕਿੱਥੇ ਹੋਇਆ ਸੀ? ਤਾਂ ਬੰਗਾਲ ਵਿੱਚ ਹੋਇਆ ਸੀ। ਵਪਾਰਕ ਖੇਤੀ ਕਰਨ ਲਈ ਸਭ ਤੋਂ ਵਧੇਰੇ ਲੋੜ ਹੁੰਦੀ ਹੈ ਤਾਂ ਜ਼ਮੀਨ ਅਤੇ ਮਜ਼ਦੂਰ ਦੀ। ਨੀਲ ਦੀ ਖੇਤੀ ਦੀਆਂ ਦੋ ਪ੍ਰਮੁੱਖ ਪ੍ਰਣਾਲੀਆਂ ਸਨ, ਨਿੱਜ ਤੇ ਰਿਆਇਤ। ਸਥਾਈ ਬੰਦੋਬਸਤ ਦਾ ਸੰਸਥਾਪਕ ਕੌਣ ਸੀ? ਤਾਂ ਲਾਰਡ ਕਾਰਨਵਾਲਿਸ ਸੀ। ਦੱਖਣੀ ਭਾਰਤ ਵਿੱਚ ਰਾਇਤਵਾੜੀ ਵਿਵਸਥਾ ਕਿਸ ਨੇ ਲਾਗੂ ਕੀਤੀ? ਤਾਂ ਥਾਮਸ ਮੁਨਰੋ ਨੇ। ਰਾਇਤਵਾੜੀ ਵਿਵਸਥਾ ਵਿੱਚ ਬੰਦੋਬਸਤ ਕਿਸ ਨਾਲ ਕੀਤਾ ਜਾਂਦਾ ਸੀ? ਤਾਂ ਕਿਸਾਨਾਂ ਨਾਲ। ਰਾਇਤਵਾੜੀ ਵਿਵਸਥਾ ਲਾਗੂ ਕੀਤੀ ਸੀ ਮੁਨਰੋ ਅਤੇ ਰੀਡ ਨੇ। ਅੰਗਰੇਜ਼ਾਂ ਦੀ ਲਗਾਨ ਨੀਤੀ ਦਾ ਮੁੱਖ ਉਦੇਸ਼ ਕੀ ਸੀ? ਵੱਧ ਤੋਂ ਵੱਧ ਲਗਾਨ ਇਕੱਠਾ ਕਰਨਾ। ਨੀਲ ਦਰਪਣ ਨਾਟਕ ਕਿਸ ਤੋਂ ਪ੍ਰੇਰਿਤ ਹੈ? ਤਾਂ ਨੀਲ ਤੋਂ ਪ੍ਰੇਰਿਤ ਹੈ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤ ਦੀ ਅਰਥ ਵਿਵਸਥਾ ਕਿਹੋ ਜਿਹੀ ਸੀ? ਤਾਂ ਇਹਦਾ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਦਿਓਗੇ। ਨਾਟਕ ਨੀਲ ਦਰਪਣ ਲਿਖਿਆ ਸੀ ਦੀਨਬੰਧੂ ਮਿੱਤਰ ਨੇ। ਸਥਾਈ ਬੰਦੋਬਸਤ ਭਾਰਤ ਵਿੱਚ 1793 ਵਿੱਚ ਲਾਗੂ ਹੋਇਆ। ਸਥਾਈ ਬੰਦੋਬਸਤ ਕਿਸ ਨਾਲ ਕੀਤਾ ਜਾਂਦਾ ਸੀ? ਤਾਂ ਜ਼ਿਮੀਂਦਾਰਾਂ ਨਾਲ। ਅੰਗਰੇਜ਼ਾਂ ਨੇ ਸਭ ਤੋਂ ਜ਼ਿਆਦਾ ਧਨ ਕਿਸ ਖੇਤਰ ਵਿੱਚ ਲਗਾਇਆ ਸੀ? ਤਾਂ ਰੇਲਵੇ, ਬੈਂਕਿੰਗ ਅਤੇ ਸਮੁੰਦਰੀ ਜਹਾਜ਼ਾਂ ਦੇ ਖੇਤਰ ਵਿੱਚ। ਅੰਗਰੇਜ਼ਾਂ ਨੇ ਵੱਡੇ ਪੱਧਰ ਤੇ ਬੰਗਾਲ ਦੀ ਦੌਲਤ ਨੂੰ ਕਦੋਂ ਲੁੱਟਣਾ ਸ਼ੁਰੂ ਕੀਤਾ? 1757 ਵਿੱਚ। ਅੰਗਰੇਜ਼ਾਂ ਦੀ ਖੇਤੀ ਸੰਬੰਧੀ ਲਗਾਨ ਦੀਆਂ ਨੀਤੀਆਂ ਦਾ ਸਭ ਤੋਂ ਬੁਰਾ ਅਸਰ ਕਿਸ ਤੇ ਪਿਆ ਸੀ? ਤਾਂ ਕਿਸਾਨ ਅਤੇ ਸ਼ਿਲਪਕਾਰ ਦੋਨਾਂ ਤੇ ਪਿਆ ਸੀ। ਬੰਗਾਲ ਵਿੱਚ ਕਿਸਾਨਾਂ ਦੇ ਵਿਦਰੋਹ ਤੋਂ ਬਾਅਦ ਕੁਝ ਕਿਸਾਨ ਕਿਹੜੇ ਰਾਜ ਵਿੱਚ ਚਲੇ ਗਏ ਸਨ? ਤਾਂ ਮਹਾਰਾਸ਼ਟਰ ਵਿੱਚ ਚਲੇ ਗਏ ਸਨ। ਵਗਾਰ ਦਾ ਕੀ ਅਰਥ ਹੈ? ਜਬਰੀ ਮਜ਼ਦੂਰੀ। ਕੋਲ ਕਬੀਲੇ ਨੇ ਵਿਦਰੋਹ ਕਦੋਂ ਕੀਤਾ ਸੀ? 1834 ਤੋਂ 35 ਵਿੱਚ। ਮੁੰਡਾ ਵਿਦਰੋਹ ਦਾ ਆਗੂ ਕੌਣ ਸੀ? ਬਿਰਸਾ ਮੁੰਡਾ ਸੀ। ਖਾਸੀ ਵਿਦਰੋਹ ਕਦੋਂ ਹੋਇਆ ਸੀ? 1833 ਵਿੱਚ। ਸੰਥਾਲ ਵਿਦਰੋਹ ਹੋਇਆ ਸੀ 1855-56 ਵਿੱਚ। ਸੰਥਾਲ ਵਿਦਰੋਹ ਦੇ ਨੇਤਾ ਸਨ ਸਿੱਧੂ ਅਤੇ ਕਾਨੂੰ। ਪਾਗਲਪੰਥੀ ਵਿਦਰੋਹ ਦੀ ਸ਼ੁਰੂਆਤ ਕੀਤੀ ਸੀ ਕਰਮ ਸ਼ਾਹ ਨੇ। ਅਸਾਮ ਵਿੱਚ ਅਹੋਮ ਵਿਦਰੋਹ ਦੇ ਬਾਅਦ ਬਰਤਾਨਵੀ ਸਰਕਾਰ ਨੇ ਅਸਾਮ ਕਿਸ ਨੂੰ ਸੌਂਪ ਦਿੱਤਾ ਸੀ? ਤਾਂ ਮਹਾਰਾਜਾ ਪੁਰਿੰਦਰ ਸਿੰਘ ਨਰਿੰਦਰ ਨੂੰ ਸੌਂਪ ਦਿੱਤਾ ਸੀ। 1828 ਵਿੱਚ ਹੋਮ ਲੋਕਾਂ ਤੇ ਕਿਸ ਨੇ ਆਪਣਾ ਰਾਜਾ ਘੋਸ਼ਿਤ ਕੀਤਾ? ਤਾਂ ਹੋਮ ਲੋਕਾਂ ਨੇ ਗੋਮਦਰ ਕਨਵਰ ਨੂੰ ਆਪਣਾ ਰਾਜਾ ਘੋਸ਼ਿਤ ਕੀਤਾ। ਬਰਤਾਨਵੀ ਸਰਕਾਰ ਨੇ ਬਿਰਸਾ ਮੁੰਡਾ ਨੂੰ ਕਦੋਂ ਗ੍ਰਿਫਤਾਰ ਕੀਤਾ? ਤਾਂ 1895 ਵਿੱਚ। ਬਿਰਸਾ ਮੁੰਡਾ ਦੀ ਮੌਤ ਕਿਹੜੀ ਬਿਮਾਰੀ ਕਾਰਨ ਹੋਈ ਸੀ? ਤਾਂ ਉਸਦੀ ਮੌਤ ਹੈਜੇ ਦੀ ਬਿਮਾਰੀ ਕਾਰਨ ਹੋਈ ਸੀ। ਬਰਤਾਨਵੀ ਸ਼ਾਸਨ ਅਧੀਨ ਕਾਸ਼ਤਕਾਰਾਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ? ਤਾਂ ਖੇਤੀਬਾੜੀ ਉਤਪਾਦਨ ਵਿੱਚ ਗਿਰਾਵਟ ਦਾ। ਮਹਾਰਾਸ਼ਟਰ ਵਿੱਚ ਕੋਲੀ ਵਿਦਰੋਹ ਕਦੋਂ ਹੋਇਆ ਸੀ? 1784 ਤੋਂ 85 ਵਿੱਚ। ਬਸਤਰ ਵਿਦਰੋਹ ਕਦੋਂ ਹੋਇਆ ਸੀ? 1910 ਵਿੱਚ। ਸੰਥਾਲ ਵਿਦਰੋਹ ਹੋਇਆ ਸੀ 1855-56 ਵਿੱਚ। 1991 ਦੀ ਜਨਗਣਨਾ ਮੁਤਾਬਿਕ ਕਬਾਇਲੀ ਲੋਕਾਂ ਦੀ ਗਿਣਤੀ ਸੀ 15 ਕਰੋੜ ਦੇ ਲਗਭਗ।
ਕਬੀਲਿਆਂ ਦਾ ਵੱਡਾ ਹਿੱਸਾ ਇਹਨਾਂ ਵਿੱਚੋਂ ਕਿਹੜੇ ਪ੍ਰਾਂਤ ਵਿੱਚ ਰਹਿੰਦਾ ਸੀ? ਤਾਂ ਗੁਜਰਾਤ, ਬਿਹਾਰ ਅਤੇ ਉੜੀਸਾ ਵਿੱਚ। ਉੱਤਰੀ ਪੂਰਬੀ ਕਬਾਇਲੀ ਲੋਕਾਂ ਦੇ ਵਿਦਰੋਹ ਦੀ ਕਮਾਂਡ ਸੀ ਤੀਰਥ ਸਿੰਘ ਕੋਲ। ਤੀਰਥ ਸਿੰਘ ਕਿਸ ਕਬੀਲੇ ਨਾਲ ਸੰਬੰਧਿਤ ਸੀ? ਤਾਂ ਖਾਸੀ ਕਬੀਲੇ ਨਾਲ। ਕਿਸ ਕਬੀਲੇ ਦੇ ਲੋਕਾਂ ਨੇ ਕਰਨਲ ਵਾਈਟ ਦੀ ਹੱਤਿਆ ਕੀਤੀ ਸੀ? ਤਾਂ ਸਿੰਘਫੋਸ ਕਬੀਲੇ ਦੇ ਲੋਕਾਂ ਨੇ। ਮੋਸਟ ਇੰਪੋਰਟੈਂਟ ਕੁਐਸਚਨ ਹੈ, ਕਰਨਲ ਵਾਈਟ ਦੀ ਹੱਤਿਆ ਕੀਤੀ ਸੀ। ਮੁੰਡਾ ਜਾਤੀ ਦੇ 92 ਕਬੀਲੇ ਦੇ ਲੋਕ ਮੂਲ ਰੂਪ ਵਿੱਚ ਨਿਵਾਸੀ ਸਨ। ਬਿਹਾਰ ਦੇ ਮੁੰਡਾ ਜਾਤੀ ਦੇ ਕਬੀਲੇ ਦਾ ਸਰਦਾਰ ਸੀ ਬਿਰਸਾ ਮੁੰਡਾ। ਬਿਰਸਾ ਮੁੰਡਾ ਦੇ ਸੰਬੰਧ ਵਿੱਚ ਕਿਹੜੀ ਗੱਲ ਪ੍ਰਸਿੱਧ ਹੈ? ਕਿ ਉਸ ਕੋਲ ਦੈਵੀ ਸ਼ਕਤੀਆਂ ਸਨ ਅਤੇ ਉਹ ਪਰਮਾਤਮਾ ਦਾ ਦੂਤ ਸੀ। ਛੋਟਾ ਨਾਗਪੁਰ ਐਕਟ ਅੰਗਰੇਜ਼ਾਂ ਨੇ ਕਦੋਂ ਪਾਸ ਕੀਤਾ? ਮੋਸਟ ਇੰਪੋਰਟੈਂਟ ਕੁਐਸਚਨ ਹੈ, ਤਾਂ 1908 ਵਿੱਚ ਪਾਸ ਕੀਤਾ। ਅੱਗੇ ਆ ਜਾਂਦਾ 1857 ਦੀ ਕ੍ਰਾਂਤੀ। ਤਾਂ ਭਾਰਤ ਵਿੱਚ ਲੈਫਟ ਦਾ ਸਿਧਾਂਤ ਲਾਗੂ ਕੀਤਾ ਸੀ ਲਾਰਡ ਡਲਹੌਜੀ ਨੇ। ਸਭ ਤੋਂ ਪਹਿਲਾਂ 1857 ਦਾ ਵਿਦਰੋਹ ਹੋਇਆ ਸੀ ਬੈਰਕਪੁਰ ਵਿੱਚ। ਤਾਂ ਲਖਨਊ ਵਿੱਚ ਵਿਦਰੋਹ ਦੀ ਲੀਡਰ ਬੇਗਮ ਹਜ਼ਰਤ ਮਹਿਲ ਸੀ। ਝਾਂਸੀ ਵਿੱਚ ਰਾਣੀ ਲక్ష్ਮੀ ਬਾਈ। ਫੈਜ਼ਾਬਾਦ ਵਿੱਚ ਮੌਲਵੀ ਅਹਿਮਦੁੱਲਾ। ਬਿਹਾਰ ਵਿੱਚ ਕੰਵਰ ਸਿੰਘ ਅਤੇ ਗਵਾਲੀਅਰ ਵਿੱਚ ਤਾਂਤੀਆ ਟੋਪੇ। 1857 ਦੇ ਵਿਦਰੋਹ ਵਿੱਚ ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਤਾਂ ਲਾਰਡ ਕੈਨਿੰਗ ਸੀ। ਪਹਿਲਾ ਸੈਨਿਕ ਜਿਸ ਨੇ ਚਰਬੀ ਵਾਲੇ ਕਾਰਤੂਸ ਚਲਾਉਣ ਤੋਂ ਇਨਕਾਰ ਕੀਤਾ ਸੀ ਤਾਂ ਮੰਗਲ ਪਾਂਡੇ। ਨਾਨਾ ਸਾਹਿਬ ਦਾ ਕਮਾਂਡਰ ਇਨ ਚੀਫ ਕੌਣ ਸੀ? ਅਤੇ ਇਹਦਾ ਉੱਤਰ ਤੁਸੀਂ ਕਮੈਂਟ ਬਾਕਸ ਵਿੱਚ ਦਿਓਗੇ। ਕਿਸ ਨੇ ਕਿਹਾ ਸੀ ਕਿ ਲਖਨਊ ਵਿਖੇ ਵਿਦਰੋਹ ਦੀ ਅਗਵਾਈ ਕਿਸ ਨੇ ਕੀਤੀ ਸੀ? ਤਾਂ ਲਖਨਊ ਵਿਖੇ ਵਿਦਰੋਹ ਦੀ ਅਗਵਾਈ ਕੀਤੀ ਸੀ ਬੇਗਮ ਹਜ਼ਰਤ ਮਹਿਲ ਨੇ। ਮਹਾਰਾਣੀ ਦਾ ਐਲਾਨ 1858 ਵਿੱਚ ਕਿਹੜੇ ਮਹੀਨੇ ਵਿੱਚ? ਤਾਂ ਨਵੰਬਰ ਮਹੀਨੇ ਵਿੱਚ ਸੀ। 1857 ਦੇ ਵਿਦਰੋਹ ਵਿੱਚ ਕਿਸ ਨੇ ਭਾਗ ਨਹੀਂ ਸੀ ਲਿਆ? ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਹੈ, ਇਹਦਾ ਆਨਸਰ ਵੀ ਤੁਸੀਂ ਕਮੈਂਟ ਬਾਕਸ ਵਿੱਚ ਦਿਓਗੇ। ਹਜ਼ਰਤ ਮਹਿਲ ਕਿੱਥੋਂ ਦੀ ਬੇਗਮ ਸੀ? ਤਾਂ ਹਜ਼ਰਤ ਮਹਿਲ ਸੀ ਲਖਨਊ ਦੀ ਬੇਗਮ ਸੀ। ਵੀਡੀ ਸਾਵਰਕਰ ਦੀ ਕਿਤਾਬ ਦਾ ਨਾਂ ਕੀ ਹੈ? ਭਾਰਤੀ ਸੁਤੰਤਰਤਾ ਸੰਗਰਾਮ। ਰਾਜਸਥਾਨ ਵਿੱਚ ਵਿਦਰੋਹ ਦਾ ਮੁੱਖ ਕੇਂਦਰ ਕੀ ਸੀ? ਕੋਟਾ। ਬਰੇਲੀ ਵਿਖੇ ਵਿਦਰੋਹ ਦੀ ਅਗਵਾਈ ਕਿਸ ਨੇ ਕੀਤੀ ਸੀ? ਤਾਂ ਖਾਨ ਬਹਾਦਰ ਖਾਨ ਨੇ ਕੀਤੀ ਸੀ। ਪਹਿਲਾ ਅਧਿਕਾਰਤ ਇਤਿਹਾਸਕਾਰ ਕੌਣ ਸੀ? ਤਾਂ SS ਸੇਨ ਸੀ। ਬਿਹਾਰ ਵਿੱਚ ਵਿਦਰੋਹ ਦਾ ਮੁੱਖ ਸੰਗਠਨਕਰਤਾ ਸੀ ਕੰਵਰ ਸਿੰਘ ਸੀ। ਮੇਠ ਵਿਖੇ ਵਿਦਰੋਹ ਕਦੋਂ ਹੋਇਆ ਸੀ? ਅਤੇ ਇਹਦਾ ਆਨਸਰ ਵੀ ਤੁਸੀਂ ਕਮੈਂਟ ਬਾਕਸ ਵਿੱਚ ਦਿਓਗੇ। ਬਹੁਤ ਹੀ ਆਸਾਨ ਅਤੇ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ। 1857 ਦੇ ਵਿਦਰੋਹ ਵਿੱਚ ਸਭ ਤੋਂ ਵੱਧ ਸੈਨਿਕਾਂ ਨੇ ਕਿਸ ਥਾਂ 'ਤੇ ਭਾਗ ਲਿਆ ਸੀ? ਤਾਂ ਬੰਗਾਲ ਵਿੱਚ ਭਾਗ ਲਿਆ ਸੀ। ਕਿਸ ਨੇ ਕਿਹਾ ਸੀ ਕਿ ਮੇਰੇ ਦੁਆਰਾ ਕੀਤੀ ਗਈ ਛੋਟੀ ਤੋਂ ਛੋਟੀ ਗਤੀਵਿਧੀ ਮੇਰੇ ਲਈ ਧਰਮ ਹੈ? ਤਾਂ ਵੀਡੀ ਸਾਵਰਕਰ ਨੇ। ਉਮੀਦ ਹੈ ਤੁਹਾਨੂੰ ਅੱਜ ਦਾ ਇਹ ਵੀਡੀਓ ਬਹੁਤ ਪਸੰਦ ਆਏਗਾ। ਇੱਦਾਂ ਦੇ ਹੋਰ ਵੀਡੀਓ ਪਾਉਣ ਲਈ ਜੁੜੇ ਰਹੋ ਸਾਡੇ ਚੈਨਲ RK ਸਟੱਡੀ ਪੁਆਇੰਟ ਨਾਲ।